ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 137ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀ ਜੈ ਰੇ। ਜਿਨ ਧਾਰੇ ਬ੍ਰਹਮੰਡ ਖੰਡ ਹਰ, ਤਾਂ ਕੋ ਨਾਮ ਜਪੀਜੈ ਰੇ ਰਹਾਓ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀ ਜੈ ਰੇ। ਜਿਨ ਧਾਰੇ ਬ੍ਰਹਮੰਡ ਖੰਡ ਹਰ, ਤਾਂ ਕੋ ਨਾਮ ਜਪੀਜੈ ਰੇ ਰਹਾਓ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁਖ ਉਹੀ ਧਿਆਈਏ ਰੇ। ਕੋਟ ਪਤਿਤ ਉਧਾਰੇ ਖਿਨ ਮੇ, ਕਰਤੇ ਬਾਰ ਨ ਲਾਗੇ ਰੇ। ਦੀਨ ਦਰਦ ਦੁਖ ਭੰਜਨ ਸੁਆਮੀ, ਜਿਸ ਪਾਵੇ ਤਿਸੇ ਨਿਵਾਜੇ ਰੇ। ਸਭ ਕੋ ਮਾਤ ਪਿਤਾ ਪ੍ਰਿਤਪਾਲਕ, ਜੀ ਪ੍ਰਾਨ ਸੁਖ ਸਾਗਰ ਰੇ। ਦੇਂਦੇ ਧੋਟ ਨਾਹੀ ਤਿਸ ਕਰਤੇ, ਪੂਰ ਰਿਓ ਰਤਨਾਗਰ ਰੇ। ਜਾਚਕ ਜਾਚੇ ਨਾਮ ਤੇਰਾ ਸੁਆਮੀ, ਘਟ ਘਟ ਅੰਤਰ ਸੋਈ ਰੇ। ਨਾਨਕ ਦਾਸ ਤਾਂ ਕੀ ਸਰਨਾਈ, ਜਾਤੇ ਬਿਰਥਾ ਨ ਕੋਈ ਰੇ। ਜਾਚਕ ਜਾਚੇ ਨਾਮ ਤੇਰਾ ਸੁਆਮੀ, ਘਟ ਘਟ ਅੰਤਰ ਸੋਈ ਰੇ। ਨਾਨਕ ਦਾਸ ਤਾਂ ਕੀ ਸਰਨਾਈ, ਜਾਤੇ ਬਿਰਥਾ ਨ ਕੋਈ ਰੇ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੈਨੂੰ ਪਾਰ ਬ੍ਰਹਮ ਪੂਰਨ ਪਰਮੇਸ਼ਰ ਦੀ ਓਟ ਕਰਨੀ ਚਾਹੀਦੀ ਹੈ ਜੀ, ਲੈਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਹਰੀ ਨੇ ਇਹ ਸਾਰਾ ਖੰਡ ਬ੍ਰਹਮੰਡ, ਇਹ ਸਾਰੀ ਸ੍ਰਿਸ਼ਟੀ ਬਣਾਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ, ਤੈਨੂੰ ਉਸ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਹਰੀ ਦੇ ਗੁਰਮੁਖ ਸੇਵਕੋ, ਆਪਣੇ ਮਨ ਦੀ ਮੱਤ ਤਿਆਗ ਦਿਓ ਜੀ। ਭਾਵ ਆਪਣੇ ਵਿਕਾਰਾਂ ਨੂੰ ਕਾਬੂ ਪਾ ਲਓ ਜੀ, ਤ੍ਰਿਸ਼ਨਾਵਾਂ ਨੂੰ ਖਤਮ ਕਰ ਲਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਪਰਮੇਸ਼ਰ ਦਾ ਹੁਕਮ ਜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪੀਏ ਤਾਂ ਉਸ ਦੁਆਰਾ ਪਰਮੇਸ਼ਰ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ, ਸੂਝ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੱਚਾ ਸੁੱਖ ਫਿਰ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਪਰਮੇਸ਼ਰ ਕਰੇ ਉਸਨੂੰ ਚੰਗਾ ਕਰਕੇ ਮਾਨੋ ਜੀ। ਸੁੱਖ ਵਿੱਚ ਦੁੱਖ ਵਿੱਚ ਉਸ ਪਰਮੇਸ਼ਰ ਨੂੰ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਦੁਆਰਾ ਧਿਆਉਣਾ ਚਾਹੀਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੁੰਦੀ ਹੈ ਜੀ। ਅਤੇ ਜੋ ਸਾਡੀ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਹਨ ਜੀ, ਉਹਨਾਂ ਨੂੰ ਸਹਾਰਨ ਦੀ, ਉਹਨਾਂ ਨੂੰ ਸਮਝਣ ਦੀ ਸੋਝੀ ਹੁੰਦੀ ਹੈ ਜੀ ਕਿ ਇਹ ਵੀ ਇੱਕ ਗੁਰੂ ਦਾ ਭਾਣਾ ਹੀ ਹੈ ਜੀ ਉਹਦੇ, ਕਿਉਂਕਿ ਇਹ ਸਭ ਕੁਛ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਇੱਕ ਖਿਣ ਮੇ, ਭਾਵ ਇੱਕ ਘੜੀ ਵਿੱਚ, ਨਿਮਖ ਵਿੱਚ ਕਰੋੜਾਂ ਪਾਪੀਆਂ ਦਾ ਉਧਾਰ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਕਿਸੇ ਦਾ ਵੀ ਭਲਾ ਉਧਾਰ ਕਰਦਿਆਂ ਰੱਤਾ ਪਰ ਵੀ ਦੇਰ ਨਹੀਂ ਲਾਉਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸੁਆਮੀ ਦੀਨਾਂ ਦੇ ਦਰਦ ਅਤੇ ਦੁੱਖਾਂ ਨੂੰ ਭੰਨਣ ਵਾਲਾ ਹੈ ਜੀ। ਭੰਨਣ ਵਾਲਾ ਭਾਵ ਦੂਰ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਜੀਵ ਉਸਨੂੰ ਚੰਗੇ ਲੱਗਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਉਹਨਾਂ ਨੂੰ ਉਹ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਵਡਿਆਈ
ਦਿੰਦੇ ਹਨ ਜੀ, ਆਪਣੀ ਮਿਹਰ ਕਿਰਪਾ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਤੇ ਪਾਲਣਾ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਸਾਰੇ ਜੀਆਂ ਦੇ ਪ੍ਰਾਣਾਂ ਦਾ ਆਸਰਾ ਅਤੇ ਸੁੱਖਾਂ ਦਾ ਸਾਗਰ ਖਜ਼ਾਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਕਰਤੇ ਪੁਰਖ ਨੂੰ ਕਿਸੇ ਨੂੰ ਦਾਨ ਦਿੰਦੇ ਹੋਏ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਦਾਨ ਦਿੰਦੇ ਹੋਏ ਕਿਸੇ ਗੱਲ ਦੀ ਕਦੀ ਕੋਈ ਤੋਟ ਕਮੀ ਨਹੀਂ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਸ ਪਰਮੇਸ਼ਰ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਰਤਨਾਗਰ ਭਾਵ ਰਤਨਾਂ ਦੀ ਖਾਣ, ਪਰਮੇਸ਼ਰ ਦੇ ਘਰ ਸਭ ਕੁਝ ਹੈ ਜੀ, ਰਤਨਾਂ ਨਾਲ ਭਰਿਆ ਪਿਆ ਹੈ ਜੀ, ਪਰਿਪੂਰਨ ਹੋ ਰਿਹਾ ਹੈ ਜੀ। ਭਾਵ ਪਰਮੇਸ਼ਰ ਦੇ ਭੰਡਾਰ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਰਤਨਾਂ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ ਜੀ। ਅਤੇ ਉਹ ਜਦੋਂ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਿਲਦਾ ਹੈ ਜੀ ਤਾਂ ਉਸ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜੀ, ਕੋਈ ਤੋਟ ਨਹੀਂ ਆ ਜਾਂਦੀ ਜੀ। ਪਰਮੇਸ਼ਰ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਤੇ ਉਹਦੀ ਨਜ਼ਰ ਹੋਵੇ, ਕਿਰਪਾ ਹੋਵੇ ਫੇਰ ਹੀ ਮਿਲਦਾ ਹੈ ਜੀ। ਪਰ ਉਸ ਦੇ ਵਿੱਚ ਉਹਦੇ ਭੰਡਾਰਾਂ ਵਿੱਚ ਕੋਈ ਤੋਟ, ਕਦੀ ਕਮੀ ਕਦੀ ਨਹੀਂ ਆਉਂਦੀ ਜੀ। ਕਿਉਂਕਿ ਪਰਮੇਸ਼ਰ ਹਰ ਜਗ੍ਹਾ ਆਪ ਹੀ ਵਿਆਪਕ ਹੈ ਜੀ। ਉਹ ਪਰਮੇਸ਼ਰ ਉਸ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸ਼ਰਨ ਵਿੱਚ ਸਭ ਰਤਨਾਗਰ, ਸਭ ਖਜ਼ਾਨੇ ਹਨ ਜੀ, ਜਿਸ ਦੇ ਦਰ ਤੋਂ ਕੋਈ ਮਨੁੱਖ ਕਦੀ ਖਾਲੀ ਨਹੀਂ ਗਿਆ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਗੁਰਮੁਖਾਂ ਨੂੰ, ਸੇਵਕਾਂ ਨੂੰ ਦੱਸਦੇ ਹਨ ਕਿ ਪੂਰਨ ਪਾਰ ਬ੍ਰਹਮ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸ਼ਰਨ ਲੈਣ ਦੀ ਉਹ ਸਾਨੂੰ ਪ੍ਰੇਰਨਾ ਦਿੰਦੇ ਹਨ ਜੀ। ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਕਰਤਾ ਪੁਰਖ ਜਿੱਥੇ ਸਾਰੇ ਜੀਆਂ ਦਾ ਉਹ ਮਾਲਕ ਹੈ ਜੀ, ਪ੍ਰਾਣਾਂ ਦਾ ਆਧਾਰ ਹੈ ਜੀ, ਪ੍ਰਤਪਾਲਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉੱਥੇ ਪਰਮੇਸ਼ਰ ਪਤਿਤ ਉਦਾਹਰਣ ਹੈ ਜੀ, ਭਾਵ ਉਹ ਭਲਾ ਵੀ ਕਰਨ ਵਾਲਾ ਹੈ ਜੀ, ਤੁਹਾਡੇ ਵਿਕਾਰਾਂ ਨੂੰ ਠੀਕ ਵੀ ਉਹਨਾਂ ਦਾ ਵੀ ਉਧਾਰ ਕਰਨ ਵਾਲਾ ਹੈ ਜੀ। ਪਤਿਤ ਹੋਇਆਂ ਨੂੰ ਸਾਨੂੰ ਵੀ ਉਹ ਚੰਗੇ ਬਣਾਉਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖ ਨੂੰ ਆਪਣੇ ਮਨ ਦੀ ਮੱਤ ਤਿਆਗ ਕੇ, ਭਾਵ ਗੁਰੂ ਜੀ ਕਹਿ ਰਹੇ ਹਨ ਕਿ ਸਾਨੂੰ ਆਪਣੇ ਵਿਕਾਰਾਂ ਦੀ ਮੱਤ, ਤ੍ਰਿਸ਼ਨਾਵਾਂ ਦੀ ਮੱਤ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਦੀ ਮੱਤ ਲੈਣ ਦੀ ਉਹਨਾਂ ਨੇ ਸਿੱਖਿਆ ਦਿੱਤੀ ਹੈ ਜੀ, ਉਪਦੇਸ਼ ਦਿੱਤਾ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 288 ਤੇ ਸੁਖਮਨੀ ਸਾਹਿਬ ਵਿੱਚ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬੈ ਡੂਬੇ ਸਿਆਣੇ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬੈ ਡੂਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਅੱਜ ਦਾ ਵਿਚਾਰ ਕਰਦੇ ਹਾਂ, ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।